Good afternoon, dear students. How are all of you? I hope that all of you will be fine. So, today we are going to discuss the remedies which are available to the debenture holder in case of the non payment of their amount of debt. Okay, so ਜੇਕਰ ਡਿਬੈਂਚਰ ਹੋਲਡਰ ਜਿਹੜਾ ਪਰਸਨ ਹੈ ਜਿਹਨੇ ਕੰਪਨੀ ਨੂੰ ਲੋਨ ਦਿੱਤਾ ਹੈ, ਠੀਕ ਹੈ, ਇਨ ਕੇਸ ਜੇ ਉਹਦਾ ਲੋਨ ਉਹਨੂੰ ਵਾਪਸ ਨਾ ਮਿਲੇ ਤਾਂ ਉਹਦੇ ਕੋਲੇ ਕਿਹੜੇ ਕਿਹੜੇ ਉਪਚਾਰ ਨੇ, ਕਿਹੜੇ ਕਿਹੜੇ ਉਹ ਰਿਲੀਫਸ ਜਾਂ ਰਾਹਤ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਪ੍ਰਾਪਤ ਕਰ ਸਕਦਾ ਹੈ। ਠੀਕ ਹੈ ਜੀ। ਸੋ ਟੁਡੇ ਵੀ ਆਰ ਗੋਇੰਗ ਟੂ ਡਿਸਕਸ ਦੈਟ ਵੈਰੀ ਇੰਪੋਰਟੈਂਟ ਟੌਪਿਕ। First one, the remedy. Okay, the remedy first one which he can make available is to make the civil suit in the court of competent jurisdiction. Okay, so first hand he has right to file a suit in the court of competent jurisdiction in case the amount remains unpaid in respect of his debentures. Okay, so if the issue of the debentures has not created any kind of charge on the property, the debenture holder may be termed as unsecured creditor. ਜੇਕਰ ਡਿਬੈਂਚਰ ਲੈਣ ਦੇ ਸਮੇਂ 'ਤੇ, ਠੀਕ ਹੈ ਜੀ, ਡਿਬੈਂਚਰ ਹੋਲਡਰ ਨੇ ਕਿਸੇ ਵੀ ਕੰਪਨੀ ਦੀ ਪ੍ਰਾਪਰਟੀ ਨੂੰ ਸਿਕਿਉਰ ਨਹੀਂ ਕੀਤਾ, ਯਾਨੀ ਕਿ ਆਪਦੇ ਕੋਲੇ ਜ਼ਮਾਨਤ ਦੇ ਤੌਰ 'ਤੇ, ਸਿਕਿਉਰਿਟੀ ਦੇ ਤੌਰ 'ਤੇ ਨਹੀਂ ਰੱਖਿਆ, ਠੀਕ ਹੈ, ਤਾਂ ਹੋ ਸਕਦਾ ਹੈ ਕੱਲ੍ਹ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੰਪਨੀ ਜਿਹੜੀ ਹੈਗੀ ਹੈ ਉਹ ਉਹਦੇ ਪੈਸੇ ਨਾ ਵਾਪਸ ਕਰੇ, ਜਾਂ ਉਹ ਵਾਪਸ ਕਰਨ ਦੇ ਹਾਲਤ ਦੇ ਵਿੱਚ ਹੀ ਨਾ ਹੋਵੇ ਕੰਪਨੀ। ਸੋ ਇਹਨਾਂ ਹਾਲਾਤਾਂ ਦੇ ਵਿੱਚ ਉਹਦੇ ਕੋਲੇ ਜਿਹੜਾ ਵੀ ਉਪਚਾਰ ਬਚਦਾ ਹੈ ਉਹ ਉਪਚਾਰ ਆਪਣਾ ਇਹ ਹੈ ਕਿ ਉਹ ਕੰਪੀਟੈਂਟ ਕੋਰਟ ਦੇ ਵਿੱਚ ਇੱਕ ਸਿਵਲ ਸੂਟ ਨੂੰ ਫਾਈਲ ਕਰ ਸਕਦਾ ਹੈ, ਕਿਉਂਕਿ ਉਹਦੇ ਕੋਲ ਇਹ ਤਾਂ ਰਾਹਤ ਅਵੇਲੇਬਲ ਹੈ ਨਹੀਂ। ਓਕੇ, ਕਿ ਉਹ ਜਿਹੜਾ ਵੀ ਕੰਪਨੀ ਦੇ ਕੋਈ ਐਸੈਟਸ ਹੈਗੇ ਆ ਜਾਂ ਕੋਈ ਪ੍ਰਾਪਰਟੀ ਹੈਗੀ ਹੈ ਕੰਪਨੀ ਦੀ, ਉਹਨੂੰ ਸੇਲ ਕਰਕੇ ਅਤੇ ਆਪਦੀ ਅਮਾਊਂਟ ਨੂੰ, ਪ੍ਰਿੰਸੀਪਲ ਨੂੰ ਅਤੇ ਚਾਹੇ ਇੰਟਰਸਟ ਨੂੰ ਉਹ ਰਿਕਵਰ ਕਰ ਸਕਦਾ ਹੈ। ਠੀਕ ਹੈ ਜੀ, ਕਿਉਂਕਿ ਉਹ ਅਨਸਿਕਿਉਰਡ ਹੈ, ਉਹਦੇ ਕੋਲ ਕੋਈ ਵੀ ਪ੍ਰੋਪਰਟੀ ਜਿਹੜੀ ਹੈਗੀ ਹੈ ਕੰਪਨੀ ਦੀ ਨਾ ਤਾਂ ਮੋਰਟਗੇਜ ਕੀਤੀ ਹੋਈ ਹੈ, ਨਾ ਕਿਸੇ ਵੀ ਪ੍ਰੋਪਰਟੀ ਦੇ ਸੰਬੰਧੀ ਕੋਈ ਚਾਰਜ ਕ੍ਰੀਏਟ ਕੀਤਾ ਗਿਆ ਹੈ, ਚਾਹੇ ਉਹ ਫਲੋਟਿੰਗ ਨੇਚਰ ਦਾ ਹੋਵੇ, ਚਾਹੇ ਉਹ ਫਿਕਸਡ ਹੋਵੇ ਜਾਂ ਸਪੈਸੀਫਿਕ ਹੋਵੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਉਹਦੇ ਕੋਲ ਜਿਹੜੇ ਜੋ ਵੀ ਹੱਦ ਦੇ ਵਿੱਚ ਉਪਚਾਰ ਬਚਦਾ ਹੈ ਉਹ ਇਹ ਹੈ ਕਿ ਉਹ ਸਿਵਲ ਸੂਟ ਫਾਈਲ ਕਰ ਸਕਦਾ ਹੈ। ਜਾਂ ਉਹਦੇ ਕੋਲ ਇੱਕ ਹੋਰ ਆਪਸ਼ਨ ਹੈਗੀ ਆ, ਸੈਕਸ਼ਨ 272 ਜਿਹੜਾ 272 ਸੈਕਸ਼ਨ ਹੈਗਾ ਕੰਪਨੀਜ਼ ਐਕਟ ਦਾ 2013 ਦਾ, ਠੀਕ ਹੈ, ਉਹਦੇ ਅਧੀਨ ਉਹ ਕੰਪਨੀ ਨੂੰ ਵਾਈਂਡ ਅਪ ਵੀ ਕਰਵਾ ਸਕਦਾ ਹੈ, ਬਿਕੋਜ਼ ਦ ਕੰਪਨੀ ਹੈਜ਼ ਨਾਟ ਮੇਡ ਦੀ ਪੇਮੈਂਟ ਆਫ ਦੀ ਡੈਟਸ ਵਿਚ ਆਰ ਰਿਕਵਰੇਬਲ ਬਾਏ ਦੀ ਡਿਬੈਂਚਰ ਹੋਲਡਰ। ਓਕੇ, ਸੋ ਪਹਿਲਾਂ ਜਿਹੜੀ ਰਾਹਤ ਹੈਗੀ ਆ ਉਹ ਹੈ ਕਿ ਜੇ ਉਹ ਅਨਸਿਕਿਉਰਡ ਕ੍ਰੈਡੀਟਰ ਹੈ, ਠੀਕ ਹੈ, ਤਾਂ ਉਹ ਆਰਡੀਨਰੀ ਕ੍ਰੈਡੀਟਰ ਦੇ ਵਾਂਗ ਸਿਵਲ ਸੂਟ ਫਾਈਲ ਕਰ ਸਕਦਾ ਹੈ। ਠੀਕ ਹੈ ਜੀ। ਹੀ ਮੇ ਦੇਅਰਫੋਰ ਆਈਦਰ ਸੂ ਦੀ ਕੰਪਨੀ ਫॉर ਦੀ ਪੇਮੈਂਟ ਆਫ ਦੀ ਪ੍ਰਿੰਸੀਪਲ ਐਜ਼ ਵੈਲ ਐਜ਼ ਫॉर ਦੀ ਇੰਟਰਸਟ amount. Okay, or in alternative he may file a petition to the tribunal, company tribunal ਦੇ ਵਿੱਚ 272 ਸੈਕਸ਼ਨ ਦੇ ਅਧੀਨ ਜਿਹੜਾ ਇਹ ਕ੍ਰੈਡੀਟਰ ਹੈ ਯਾਨੀ ਕਿ ਡਿਬੈਂਚਰ ਹੋਲਡਰ ਹੈ ਉਹ ਸਿਵਲ ਸੂਟ ਨੂੰ ਫੇਰ ਫਾਈਲ ਕਰ ਸਕਦਾ ਹੈ ਕਿ ਕੰਪਨੀ ਨੂੰ ਜੀ ਵਾਈਂਡ ਅਪ ਕਰ ਦਿੱਤਾ ਜਾਵੇ, ਕਿਉਂਕਿ ਇਹ ਕੰਪਨੀ ਜਿਹੜੀ ਹੈਗੀ ਆ ਇਹ ਪੈਸੇ ਦਾ ਜਿਹੜਾ ਭੁਗਤਾਨ ਹੈਗਾ, ਜਿਹੜਾ ਇਹਨੇ ਕਰਜ਼ਾ ਲਿਆ ਹੈਗਾ, ਉਹਨੂੰ ਆਰਡੀਨਰੀ ਕੋਰਸ ਦੇ ਵਿੱਚ ਇਹ ਪੇ ਕਰਨ ਤੋਂ ਅਸਮਰੱਥ ਹੈ। ਓਕੇ, ਬਿਕੋਜ਼ ਦ ਕੰਪਨੀ ਇਜ਼ ਨਾਟ ਏਬਲ ਟੂ ਮੇਕ ਦੀ ਪੇਮੈਂਟ ਆਫ ਦੀ ਡੈਟਸ ਵਿਚ ਇਟ ਹੈਜ਼ ਟੇਕਨ। ਠੀਕ ਹੈ ਜੀ। ਸੈਕੰਡ ਜਿਹੜਾ ਆਪਾਂ ਇਹ ਜਿਹੜੀ ਗੱਲ ਕੀਤੀ ਸੀਗੀ ਉਹ ਅਨਸਿਕਿਉਰਡ ਕ੍ਰੈਡੀਟਰ ਦੀ ਸੀਗੀ, ਜਿਹੜੇ ਕ੍ਰੈਡੀਟਰ ਦੇ ਕੋਲ ਕੋਈ ਵੀ ਕੰਪਨੀ ਦੀ ਸਿਕਿਉਰਿਟੀ ਨਹੀਂ ਹੈਗੀ। ਸੋ ਦੂਜੀ ਗੱਲ ਇੱਥੇ ਇੰਪੋਰਟੈਂਟ ਜਿਹੜੀ ਡਿਸਕਸ ਕਰਨ ਵਾਲੀ ਇਹ ਹੈ ਕਿ ਕੁਛ ਹਾਲਾਤ ਵੈਸੇ ਬਹੁਤੇ ਕੇਸਾਂ ਦੇ ਵਿੱਚ ਇਸ ਤਰ੍ਹਾਂ ਦੇ ਹੋ ਸਕਦੇ ਆ ਕਿ ਜਿਹੜੀ ਕੰਪਨੀ ਹੈਗੀ ਆ ਉਹਦੀ ਜਿਹੜੀ ਐਸੈਟਸ ਹੈਗੀ, ਉਹਦੀ ਜਿਹੜੀ ਪ੍ਰੋਪਰਟੀ ਹੈਗੀ ਆ ਉਹ ਡਿਬੈਂਚਰ ਹੋਲਡਰ ਦੇ ਕੋਲ ਗਹਿਣੇ ਪਈ ਹੋਵੇ। ਸੋ ਜਿਹੜਾ ਡਿਬੈਂਚਰ ਹੋਲਡਰ ਹੈ ਜੇਕਰ ਉਹਨੂੰ ਆਪਦੀ ਪ੍ਰਿੰਸੀਪਲ ਅਮਾਊਂਟ ਦੇ ਜਾਂ ਫਿਰ ਇੰਟਰਸਟ ਜਾਂ ਫਿਰ ਦੋਵੇਂ ਜੇ ਨਹੀਂ ਪ੍ਰਾਪਤ ਹੁੰਦੇ ਤਾਂ ਉਹਦੇ ਕੋਲ ਅਧਿਕਾਰ ਹੁੰਦਾ ਹੈ ਕਿ ਕੰਪਨੀ ਦੀ ਪ੍ਰੋਪਰਟੀ ਨੂੰ ਉਹ ਸੇਲ ਕਰਕੇ ਆਪਣੇ ਪੈਸਿਆਂ ਨੂੰ ਵਸੂਲ ਸਕਦਾ ਹੈ। ਠੀਕ ਹੈ ਜੀ। ਆ ਦੇਖੋ, ਇਨ ਕੇਸ ਆਫ ਦੀ ਸਿਕਿਉਰਡ ਡਿਬੈਂਚਰ ਹੋਲਡਰ ਇਨ ਐਡੀਸ਼ਨ ਟੂ ਦੀ the remedies which are available to an unsecured holder, okay, he may exercise the powers of the given to him by the debenture trust deed, including the power to appoint a receiver and to sell the company's property.
ਸੋ ਕੰਪਨੀ ਦੀ ਜਿਹੜੀ ਪ੍ਰੋਪਰਟੀ ਸੇਲ ਕਰ ਸਕਦਾ ਹੈ, ਜਿਹਦੇ ਲਈ ਉਹਨੂੰ ਪਹਿਲਾਂ ਇੱਕ ਰਿਸੀਵਰ ਨੂੰ ਅਪੁਆਇੰਟ ਕਰਨਾ ਪੈਣਾ ਹੈ, ਠੀਕ ਹੈ ਜੀ। ਜਾਂ ਫਿਰ ਕੋਰਟ ਨੂੰ ਉਹ ਐਪਲੀਕੇਸ਼ਨ ਲਿਖ ਸਕਦਾ ਹੈ ਕਿ ਇੱਕ ਰਿਸੀਵਰ ਅਪੁਆਇੰਟ ਕਰਕੇ ਦਿੱਤਾ ਜਾਵੇ ਜੀ, ਤਾਂ ਕਿ ਜਿਹੜੀ ਕੰਪਨੀ ਦੀ ਪ੍ਰੋਪਰਟੀ ਹੈਗੀ ਆ ਉਹਨੂੰ ਸੇਲ ਕੀਤਾ ਜਾ ਸਕੇ ਅਤੇ ਮੇਰੀ ਜਿਹੜੀ ਅਮਾਊਂਟ ਹੈਗੀ ਆ ਡੈਟ ਦੀ ਉਹਨੂੰ ਰਿਕਵਰ ਕੀਤਾ ਜਾਵੇ। ਓਕੇ, ਸੋ ਹੀ ਮੇ ਅਪਲਾਈ ਟੂ ਦੀ ਕੋਰਟ ਫॉर the appointment of a receiver in order to sell the property of the company to recover his amount of debt. Okay, secondly, ਜੇ ਉਹਦੇ ਕੋਲੇ ਕੰਪਨੀ ਦੀ ਕੋਈ ਪ੍ਰੋਪਰਟੀ ਗਹਿਣੇ ਰੱਖੀ ਹੋਈ ਹੈ, ਠੀਕ ਹੈ ਜੀ, ਮੰਨ ਲਓ ਚਾਰਜ ਹੋਇਆ ਹੋਇਆ ਕਿਸੇ ਕੰਪਨੀ ਦਾ ਜਾਂ ਮੋਰਟਗੇਜ ਹੈਗੀ ਆ, ਤਾਂ ਮੋਰਟਗੇਜ ਜੇ ਹੈ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜੇ ਚਾਰਜ ਹੈ ਤਾਂ ਕੰਪਨੀ ਨੂੰ ਇਹ ਹੋ ਸਕਦਾ ਹੈ ਕਿ ਉਸ ਪ੍ਰੋਪਰਟੀ ਦੇ ਸੰਬੰਧੀ ਜਿਹੜੀ ਪ੍ਰੋਪਰਟੀ ਚਾਰਜ ਕ੍ਰੀਏਟ ਕੀਤਾ ਗਿਆ ਹੈ, ਜਿਹਦੇ ਸੰਬੰਧੀ ਅਤੇ ਜਿਹਨੂੰ ਮੋਰਟਗੇਜ ਕੀਤਾ ਗਿਆ ਹੈ, ਉਹਨੂੰ ਫੋਰਕਲੋਜ਼ ਕੀਤਾ ਜਾਵੇ। ਫੋਰਕਲੋਜ਼ ਤੋਂ ਭਾਵ ਇਹ ਹੈ ਕਿ ਜਿਹੜੀ ਕੰਪਨੀ ਹੈਗੀ ਆ ਉਸ ਕੰਪਨੀ ਦਾ ਪ੍ਰੋਪਰਟੀ ਦੇ ਸੰਬੰਧ ਦੇ ਵਿੱਚ ਜਿਹੜੀ ਕਿ ਮੋਰਟਗੇਜ ਕੀਤੀ ਹੈ ਜਾਂ ਚਾਰਜ ਦੇ ਕ੍ਰੀਏਟ ਕੀਤਾ ਗਿਆ ਹੈ, ਉਹਦੇ 'ਤੇ ਕੋਈ ਹੱਕ ਨਹੀਂ ਰਹਿੰਦਾ ਅਤੇ ਸਾਰਾ ਹੱਕ ਜਿਹੜਾ ਹੈਗਾ ਉਹ ਕ੍ਰੈਡੀਟਰ ਦਾ ਉਸ 'ਤੇ ਕ੍ਰੀਏਟ ਹੋ ਜਾਂਦਾ ਹੈ, ਠੀਕ ਹੈ। ਦੇਖੋ ਦਾ ਸਿਕਿਉਰ डिबेंचर होल्डर can apply to the tribunal to foreclose the interest of the company in the asset charge, ठीक है। The effect of the foreclosure will be the termination of the interest of the company in the property of the company and the debenture holder will become the owner thereof, ठीक है। ਇਹਦਾ ਪ੍ਰਭਾਵ ਕੀ ਹੋਊਗਾ ਫੋਰਕਲੋਜ਼ ਕਰਨ ਦਾ? ਇਹਦਾ ਪ੍ਰਭਾਵ ਇਹ ਹੋਊਗਾ ਕਿ ਜਿਹੜਾ ਪਰਸਨ ਜਿਹੜੀ ਪ੍ਰੋਪਰਟੀ ਕੰਪਨੀ ਦੀ ਹੈਗੀ ਆ, ਕੰਪਨੀ ਦਾ ਉਹਦੇ ਨਾਲ ਉਸ ਪ੍ਰੋਪਰਟੀ ਨਾਲ ਕੋਈ ਵੀ ਸੰਬੰਧ ਨਹੀਂ ਰਹਿ ਜੂਗਾ, ਬਲਕਿ ਨਵਾਂ ਸੰਬੰਧ ਤਿਆਰ ਹੋ ਜੂਗਾ। ਕਿਹਦੇ ਨਾਲ? ਕ੍ਰੈਡੀਟਰ ਦੇ ਨਾਲ, ਜਿਹਨੇ ਪੈਸੇ ਲੋਨ ਦੇ ਵਿੱਚ ਉਧਾਰੇ ਕੰਪਨੀ ਨੂੰ ਦਿੱਤੇ ਹਨ, ਭਾਵ ਕਿ ਡਿਬੈਂਚਰ ਹੋਲਡਰ। ਹੋਰ ਉਹਦੇ ਕੋਲੇ ਕੀ ਉਪਚਾਰ ਹੋ ਸਕਦਾ? ਦ ਪਟੀਸ਼ਨ ਫਾਈਲਡ ਬਾਈ ਦੀ ਡਿਬੈਂਚਰ ਹੋਲਡਰ ਫॉर ਦੀ ਪੇਮੈਂਟ ਔਨ ਦੀ ਡਿਬੈਂਚਰਸ ਬਾਈ ਦੀ ਕੰਪਨੀ ਮਸਟ ਸਪੈਸੀਫਾਈ ਦੀ ਐਗਜ਼ੈਕਟ ਅਮਾਊਂਟ ਹੀ ਵਾਂਟਸ ਟੂ ਕਲੇਮ। ਜਿਹੜੀ ਅਮਾਊਂਟ ਉਹ ਕਲੇਮ ਕਰਨਾ ਚਾਹੁੰਦਾ ਹੈ, ਜਿਹੜੀ ਪਟੀਸ਼ਨ ਫਾਈਲ ਕਰਨੀ ਹੈਗੀ ਆ ਡਿਬੈਂਚਰ ਹੋਲਡਰ ਨੇ, ਹੀ ਸ਼ੁੱਡ ਸਪੈਸੀਫਿਕਲੀ ਮੈਂਸ਼ਨ ਦੀ ਅਮਾਊਂਟ ਵਿਚ ਹੀ ਵਾਂਟ ਟੂ ਸੀਕ ਫਰੋਮ ਦੀ ਕੰਪਨੀ ਔਰ ਵਿਚ ਹੀ ਵਾਂਟ ਟੂ ਕਲੇਮ ਫਰੋਮ ਦੀ ਕੰਪਨੀ। ਓਕੇ, the company cannot demand the extension of the time limit for making the payments on the mature debentures। ਜਿਹੜੀ ਕੰਪਨੀ ਹੈਗੀ ਆ ਉਹ ਇਹ ਡਿਫੈਂਸ ਨਹੀਂ ਲੈ ਸਕਦੀ ਕਿ ਮੈਂ ਇਸ ਪੀਰੀਅਡ ਨੂੰ ਜਿਹੜੇ ਪੀਰੀਅਡ ਦੇ ਦੌਰਾਨ ਮੈਂ ਕਰਜ਼ ਦੀ ਵਾਪਸੀ ਕਰਨੀ ਸੀ, ਉਸ ਟਾਈਮ ਨੂੰ ਮੈਂ ਹੋਰ ਐਕਸਟੈਂਡ ਕਰ ਦਿੰਦੀ ਹਾਂ। ਨੋ, ਇਟ ਵਿਲ ਨਾਟ ਬੀ ਪਰਮਿਸਿਬਲ ਔਨ ਦੀ ਪਾਰਟ ਆਫ ਦੀ ਕੰਪਨੀ। ਓਕੇ, and in case of default in the payment of the company, the debenture holder in the capacity of the mortgager may move the tribunal for the sale of the company's charged property and receive the amount due on the debentures। ਜੇ ਇਸ ਤਰ੍ਹਾਂ ਹੁੰਦਾ ਹੈ, ਕੰਪਨੀ ਟਾਈਮ ਨੂੰ ਐਕਸਟੈਂਡ ਕਰਦੀ ਹੈ, ਤਾਂ ਜਿਹੜਾ ਡਿਬੈਂਚਰ ਹੋਲਡਰ ਹੈ, ਕਿਉਂਕਿ ਉਹ ਮੋਰਟਗੇਜੀ ਹੈ ਅਤੇ ਕੰਪਨੀ ਜਿਹੜੀ ਹੈਗੀ ਉਹ ਮੋਰਟਗੇਜਰ ਹੈ, ਠੀਕ ਹੈ, ਕਿਉਂਕਿ ਉਹਨੇ ਆਪਦੀ ਜਿਹੜੀ ਪ੍ਰੋਪਰਟੀ ਹੈਗੀ ਕੰਪਨੀ ਨੇ ਗਹਿਣੀ ਰੱਖੀ ਹੈ, ਉਹ ਉਸ ਪ੍ਰੋਪਰਟੀ ਨੂੰ ਸੇਲ ਕਰਕੇ ਆਪਦੀ ਅਮਾਊਂਟ ਨੂੰ ਲੈ ਸਕਦਾ ਹੈ, ਪ੍ਰਾਪਤ ਕਰ ਸਕਦਾ ਹੈ ਵਿਦ ਦੀ ਇੰਟਰਵੈਂਸ਼ਨ ਆਫ ਦੀ or with the interposition of the tribunal। okay, and the sale be made for the receiving of such kind of the property in the form of the debt। ठीक है जी। देखो, however in case the debenture holders a debt to the company, पर इत्थे गल ध्यान रखण योग है, जेकर डिबेंचर होल्डर ने, ठीक है, कोई पैसा कंपनी तो उधारा लिया है। Okay, if a debenture holder has taken any amount in debt from the company, he should or he must have to make the payment of that debt to the company, and only after making of that kind of debt towards the company, he will be in a position to recover the amount of so which he stands in the status of the ਕ੍ਰੈਡੀਟਰ। ਜਿਹੜਾ ਪੈਸਾ ਉਹਨੇ ਕੰਪਨੀ ਨੂੰ ਦਿੱਤਾ ਹੈ, ਉਹਨੂੰ ਵਸੂਲਣ ਤੋਂ ਪਹਿਲਾਂ ਜਿਹੜਾ ਕ੍ਰੈਡੀਟਰ ਹੈ, ਭਾਵ ਜਿਹੜਾ ਡਿਬੈਂਚਰ ਹੋਲਡਰ ਹੈ, ਜੇਕਰ ਉਹਨੇ ਕੰਪਨੀ ਤੋਂ ਕੋਈ ਪੈਸਾ ਲਿਆ ਹੈ, ਠੀਕ ਹੈ, ਉਹ ਤਾਂ ਹੀ ਬਾਕੀ ਦਾ ਪੈਸਾ ਡਿਬੈਂਚਰ ਵਾਲਾ ਕੰਪਨੀ ਤੋਂ ਕਲੇਮ ਕਰ ਸਕਦਾ ਹੈ, ਜੇਕਰ ਉਹਨੇ ਆਪਦਾ ਕੋਈ ਭੁਗਤਾਨ ਕਰ ਦਿੱਤਾ ਹੈ। ਯਾਨੀ ਕਿ ਜਿਹੜੀਆਂ CPC ਦੀਆਂ ਪ੍ਰੋਵੀਜ਼ਨਾਂ ਨੇ ਸੈੱਟ ਆਫ ਕਰਨ ਦੇ ਲਈ, ਠੀਕ ਹੈ, ਦੀ ਡੈਟਸ ਮੇ ਬੀ ਸੈੱਟ ਆਫ, ਉਹ ਇੱਥੇ ਅਵੇਲੇਬਲ ਨਹੀਂ ਹਨ, ਠੀਕ ਹੈ।
ਭਾਵ ਕੀ ਹੈ, ਜੇਕਰ ਕੰਪਨੀ ਤੋਂ ਪਹਿਲਾਂ ਉਹਨੇ ਪੈਸਾ ਲੈ ਲਿਆ, ਹੀ ਸ਼ੁੱਡ ਹੈਵ ਟੂ ਮੇਕ ਦੀ ਪੇਮੈਂਟ ਆਫ ਸੋ ਕਾइंड ऑफ डेट in the first hand, and secondly he will be in a position to seek the remedy of the execution of foreclosure, okay, only when he has made the payment of the outstanding debts toward the company। ਭਾਵ ਕਹਿਣ ਤੋਂ ਇਹੀ ਹੈ ਕਿ ਉਹ ਪਹਿਲਾਂ ਆਪਦੀ ਜਿਹੜੀ ਪੇਮੈਂਟ ਹੈਗੀ ਹੈ ਕੰਪਨੀ ਤੋਂ ਜਿਹੜੀ ਉਹਨੇ ਲਈ ਹੈਗੀ ਉਧਾਰੀ ਉਹ ਕਰੂਗਾ, ਅਤੇ ਫਿਰ ਉਸ ਤੋਂ ਬਾਅਦ ਹੀ ਉਹ ਆਪਦੀ ਅਮਾਊਂਟ ਨੂੰ ਵਾਪਸ ਲੈ ਸਕਦਾ ਹੈ। ਠੀਕ ਹੈ, ਇਹ ਕੁਛ ਜਿਹੜੇ ਇੰਪੋਰਟੈਂਟ ਟੌਪਿਕ ਆ। ਇਹਦੇ ਵਿੱਚ ਇੱਕ ਚੀਜ਼ ਸੌਰੀ ਹੈਗੀ ਆ ਇਨਸੋਲਵੈਂਸੀ। ਜੇਕਰ ਇਨਸੋਲਵੈਂਸੀ ਹੁੰਦੀ ਹੈ ਫਿਰ ਕੀ ਪ੍ਰੋਵੀਜ਼ਨ ਹੈ। ਠੀਕ ਹੈ, ਜੇ ਇਨਸੋਲਵੈਂਸੀ ਹੋ ਜਾਂਦੀ ਹੈਗੀ ਆ ਕੰਪਨੀ ਦੀ, ਠੀਕ ਹੈ ਜੀ, ਤਾਂ ਡਿਬੈਂਚਰ ਜਿਹੜਾ ਹੋਲਡਰ ਹੈਗਾ, ਜਿਹੜੀ ਸਿਕਿਉਰਿਟੀ ਦੀ ਅਮਾਊਂਟ ਉਹਨੂੰ ਸੌਰੀ ਪ੍ਰਾਪਰਟੀ ਜਿਹੜੀ ਉਹਨੂੰ ਪਲੈਜ ਕੀਤੀ ਹੋਈ ਹੈ, ਮੋਰਟਗੇਜ ਕੀਤੀ ਹੈ, ਚਾਰਜ ਕੀਤੀ ਗਈ ਹੈਗੀ ਆ, ਠੀਕ ਹੈ, ਬਾਈ ਦੀ ਕੰਪਨੀ, and get the payment of the principal and the amount, but shall not be entitled to the payment of interest after the date of the liquidation of the company। ਜਦੋਂ ਇਨਸੋਲਵੈਂਟ ਹੋ ਗਈ ਕੰਪਨੀ, ਉਸ ਤੋਂ ਬਾਅਦ ਜਿਹੜਾ ਕ੍ਰੈਡੀਟਰ ਹੈ ਭਾਵ ਕਿ ਡਿਵੈਂਚਰ ਹੋਲਡਰ ਹੈ, ਉਹਦਾ ਅਧਿਕਾਰ ਉਸੇ ਪ੍ਰਾਪਰਟੀ ਨੂੰ ਹੀ ਵਸੂਲਣ ਦਾ ਰਹਿ ਜਾਂਦਾ ਹੈ ਜਿਹੜੀ ਕਿ ਪ੍ਰਿੰਸੀਪਲ ਅਮਾਊਂਟ ਹੈ। ਉਸ ਤੋਂ ਬਾਅਦ ਉਹਨੂੰ ਇਹ ਅਧਿਕਾਰ ਨਹੀਂ ਹੁੰਦਾ ਕਿ ਇੰਟਰਸਟ ਦੀ ਅਮਾਊਂਟ ਨੂੰ ਉਹ ਕਲੇਮ ਕਰੇ। ਠੀਕ ਹੈ ਜੀ, ਸੋ ਇਹ ਕੁਛ ਉਪਚਾਰ ਨੇ, ਰਾਹਤਾਂ ਨੇ ਜਿਹੜੀਆਂ ਕਿ ਅਨਸਿਕਿਉਰਡ ਡੈਟਰ, ਠੀਕ ਹੈ ਜੀ, ਡਿਬੈਂਚਰ ਹੋਲਡਰ ਅਤੇ ਸਿਕਿਉਰਡ ਡਿਬੈਂਚਰ ਹੋਲਡਰ ਭਾਵ ਉਹਦੇ ਕੋਲ ਜਦੋਂ ਕੋਈ ਪ੍ਰਾਪਰਟੀ ਹੋਵੇ ਉਹ ਰੈਮਡੀਜ਼ ਨੂੰ ਕਲੇਮ ਕਰ ਸਕਦੇ ਹਨ। ਠੀਕ ਹੈ ਜੀ, ਹੁਣ ਅੱਗੇ ਆਪਾਂ ਇਹਦੇ ਵਿੱਚ ਡਿਸਕਸ ਕਰਨਾ ਹੈ ਚਾਰਜ। ਠੀਕ ਹੈ ਜੀ, ਚਾਰਜ ਨੂੰ ਜਿਹੜਾ ਡਿਫਾਈਨ ਕੀਤਾ ਗਿਆ ਹੈ ਉਹ ਸੈਕਸ਼ਨ 100 ਦੇ ਵਿੱਚ ਡਿਫਾਈਨ ਕੀਤਾ ਗਿਆ ਹੈ, ਦੀ ਟਰਾਂਸਫਰ ਆਫ ਪ੍ਰਾਪਰਟੀ ਐਕਟ ਦੇ ਵਿੱਚ। ਠੀਕ ਹੈ, ਔਰ ਜਿਹੜਾ ਮੋਰਟਗੇਜ ਹੈ ਇਹਨੂੰ ਡਿਫਾਈਨ ਕੀਤਾ ਗਿਆ ਹੈ ਸੈਕਸ਼ਨ 58 ਦੇ ਵਿੱਚ। ਠੀਕ ਹੈ ਜੀ, ਇੱਥੇ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਕੱਲ੍ਹ ਇਨਐਡਵਰਟੈਂਟਲੀ ਮੇਰੇ ਤੋਂ ਸੈਕਸ਼ਨ 54 ਬੋਲਿਆ ਗਿਆ ਸੀਗਾ ਮੋਰਟਗੇਜ ਦੇ ਸੰਬੰਧੀ, ਜਦੋਂ ਕਿ ਕਰੈਕਟ ਜਿਹੜਾ ਸਹੀ ਸੈਕਸ਼ਨ ਹੈਗਾ ਇਹ ਹੈਗਾ ਸੈਕਸ਼ਨ 58 ਪਰਟੇਨਿੰਗ ਟੂ ਦੀ ਮੋਰਟਗੇਜ, ਐਂਡ ਇਟ ਹੈਜ਼ ਬਿਨ ਗਿਵਨ ਅੰਡਰ ਦੀ ਟਰਾਂਸਫਰ ਆਫ ਪ੍ਰਾਪਰਟੀ ਐਕਟ ਆਫ ਦੀ ਐਕਟ। ਠੀਕ ਹੈ ਜੀ, ਅੱਗੇ ਹੈ ਟਰਾਂਸਫਰ ਪ੍ਰਾਪਰਟੀ ਐਕਟ 1882। in order to secure the payment of the loan, the creditor may require the debtor company to mortgage the immovable property। ਠੀਕ ਹੈ ਜੀ, ਜਿਹੜੀ ਕੰਪਨੀ ਹੈ ਉਹਨੂੰ ਬਹੁਤ ਕਿਸਮ ਦੀ ਜਿਹੜੀ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਅਮਾਊਂਟ ਦੀ ਲੋੜ ਪੈਂਦੀ ਹੈ। ਠੀਕ ਹੈ, ਆਪਦੇ ਬਿਜ਼ਨਸ ਨੂੰ ਚਲਾਉਣ ਦੇ ਲਈ, ਅਤੇ ਉਸ ਅਮਾਊਂਟ ਨੂੰ ਸਿਕਿਉਰ ਕਰਨਾ ਕੋਈ ਸੌਖਾ ਨਹੀਂ ਹੈ। ਠੀਕ ਹੈ, ਇੰਨੀ ਹੈਵੀ ਅਮਾਊਂਟ ਨੂੰ, ਅਤੇ ਉਹ ਅਮਾਊਂਟ ਕਿਵੇਂ ਸਿਕਿਉਰ ਕੀਤੀ ਜਾ ਸਕਦੀ ਹੈ? ਵਿਦ ਦੀ ਹੈਲਪ ਆਫ ਮੋਰਟਗੇਜ ਐਜ਼ ਵੈਲ ਐਜ਼ ਆਫ ਦੀ ਚਾਰਜ। ਆਪਦੀ ਪ੍ਰਾਪਰਟੀ ਨੂੰ ਗਹਿਣੇ ਧਰ ਕੇ, ਕੰਪਨੀ ਦੀ ਪ੍ਰਾਪਰਟੀ ਨੂੰ ਗਹਿਣੇ ਧਰ ਕੇ, ਠੀਕ ਹੈ, ਜਾਂ ਉਹਦੇ ਸੰਬੰਧੀ ਕੋਈ ਚਾਰਜ ਨੂੰ ਕ੍ਰੀਏਟ ਕਰਕੇ। ਠੀਕ ਹੈ, 10 there is a debt and relationship of mortgager, the company and the mortgagee, the debtor, okay, and the credit of the debt of the creditor, debtor as well as the creditor। ਜਿਹੜੀ ਕੰਪਨੀ ਹੈਗੀ ਉਹ ਡੈਟਰ ਹੈ, ਮੋਰਟਗੇਜਰ ਹੈ ਭਾਵ ਮੋਰਟਗੇਜ ਕਰ ਰਹੀ ਹੈ ਪ੍ਰਾਪਰਟੀ, ਅਤੇ ਜੋ ਡਿਬੈਂਚਰ ਹੋਲਡਰ ਹੈ ਉਹ ਕ੍ਰੈਡੀਟਰ ਹੈ ਭਾਵ ਉਹ ਮੋਰਟਗੇਜੀ ਹੈ ਜਿਹਨੂੰ ਮੋਰਟਗੇਜਡ ਜਿਹੜੀ ਪ੍ਰਾਪਰਟੀ ਜਾ ਰਹੀ ਹੈ। ਕਲੀਅਰ? ਇੱਥੇ ਗੱਲ ਦੱਸਣੀ ਲਾਜ਼ਮੀ ਹੈ ਕਿ ਜਿਹੜਾ ਮੋਰਟਗੇਜ ਵਾਲਾ ਸੰਬੰਧ ਹੈ, ਇਟ ਇਜ਼ ਅ ਕਾइंड ਆਫ ਟਰਾਂਸਫਰ ਆਫ ਪ੍ਰਾਪਰਟੀ ਸੋ ਫਾਰ ਐਜ਼ ਦੀ ਪ੍ਰੋਵੀਜ਼ਨਸ ਆਫ ਟਰਾਂਸਫਰ ਆਫ ਪ੍ਰਾਪਰਟੀ ਆਰ ਕੰਸਰਨਡ। ਠੀਕ ਹੈ ਜੀ, ਮੋਰਟਗੇਜ ਇੱਕ ਕਿਸਮ ਦੀ ਟਰਾਂਸਫਰ ਹੈ, ਇਹ ਤੁਸੀਂ ਪੜ੍ਹਿਆ ਹੋਣਾ ਮੈਨੂੰ ਉਮੀਦ ਹੈ। ਠੀਕ ਹੈ ਜੀ, so companies quite often has to create the charge on their immovable property by mortgaging to obtain the amount of the loan। ਠੀਕ ਹੈ, ਜਿਹੜੀ ਗੱਲ ਆਪਾਂ ਹੁਣ ਕੀਤੀ ਹੈਗੀ ਉਹ ਅੱਗੇ ਇਹਨਾਂ ਨੇ ਦੱਸੀ ਹੈ ਕਿ ਜਿਹੜਾ ਮੋਰਟਗੇਜ ਹੈ ਇਟਸ ਅ ਕਾइंड ਆਫ ਟਰਾਂਸਫਰ। Mortgage therefore is a kind of transfer of interest in the specific movable property। So in respect of the movable property there may be lot of kinds of the interest, and out of these interest some kinds of the interest are transferred toward the mortgage to secure the amount of the loan। okay, ਅੱਗੇ ਹੈ ਇਸ ਦੇ ਵਿੱਚ 3 ਕਰੈਕਟਰਿਸਟਿਕਸ ਹੋ ਸਕਦੇ ਨੇ। ਠੀਕ ਹੈ, 3 ਇੰਪੋਰਟੈਂਟ ਅਸੈਂਸ਼ੀਅਲ ਕੰਡੀਸ਼ਨਸ ਹੋ ਸਕਦੀਆਂ ਨੇ ਮੋਰਟਗੇਜ ਦੇ ਵਿੱਚ। ਫਸਟ ਵਨ,
Mortgage's interest in the property mortgage terminates upon the performance of the obligation, that is the payment of the loan। ਜਦੋਂ payment of loan ਹੋ ਗਈ, mortgage ਦਾ ਜਿਹੜਾ ਇੰਟਰਸਟ ਹੈਗਾ ਪ੍ਰੋਪਰਟੀ ਦੇ ਵਿੱਚ ਖਤਮ ਹੋ ਜਾਂਦਾ ਹੈ, ਜਿਹੜੀ mortgage ਕੀਤੀ ਹੋਈ। Secondly, the mortgagee has a right to foreclose has the right of the foreclosure upon the mortgage failure of to perform the act। Performance of the act here means to make the ਪੇਮੈਂਟ ਆਫ ਦੀ ਡੈਟ। ਜੇਕਰ ਪੇਮੈਂਟ ਆਫ ਡੈਟ ਨਹੀਂ ਹੁੰਦੀ, ਕਰਜ਼ ਦੀ ਜਿਹੜੀ ਅਮਾਊਂਟ ਹੈਗੀ ਉਹ ਪੇ ਨਹੀਂ ਕੀਤੀ ਜਾਂਦੀ ਨਿਸ਼ਚਿਤ ਸਮੇਂ ਦੇ ਦੌਰਾਨ, ਠੀਕ ਹੈ ਜੀ, ਤਾਂ ਕੀ ਕੀਤਾ ਜਾ ਸਕਦਾ ਹੈ, ਜਿਹੜਾ ਮੋਰਟਗੇਜੀ ਹੈ ਉਹ ਮੋਰਟਗੇਜਰ ਦੇ ਅਧਿਕਾਰ ਨੂੰ ਖਤਮ ਕਰ ਸਕਦਾ ਹੈ ਅਤੇ ਆਹ ਪ੍ਰਾਪਰਟੀ ਪ੍ਰਾਪਤ ਕਰਕੇ ਉਹਨੂੰ ਸੇਲ ਕਰਕੇ ਅਮਾਊਂਟ ਜਿਹੜੀ ਹੈਗੀ ਹੈ ਡੈਟ ਦੀ ਉਹਨੂੰ ਰਿਕਵਰ ਕਰ ਸਕਦਾ, ਠੀਕ ਹੈ ਜੀ। ਥਰਡ ਵਨ, ਦਾ ਮੋਰਟਗੇਜਰ ਹੈਜ਼ ਦੀ ਰਾਈਟ ਟੂ ਰਿਡੀਮ ਔਰ ਰੀਗੇਨ ਦੀ ਪ੍ਰੋਪਰਟੀ on the repayment of the debt or the performance of the obligation। ਜਿਹੜਾ ਮੋਰਟਗੇਜਰ ਹੈ, ਭਾਵ ਕਿ ਇੱਥੇ ਜਿਹੜੀ ਕੰਪਨੀ ਹੈਗੀ ਆ ਉਹਨੂੰ ਇਹ ਅਧਿਕਾਰ ਹੁੰਦਾ ਹੈ ਕਿ ਜਦੋਂ ਉਹਨੇ ਪੇਮੈਂਟ ਕਰਤੀ ਲੋਨ ਦੀ, ਠੀਕ ਹੈ, ਵਿਦ ਇੰਟਰਸਟ ਕਰਤੀ, ਠੀਕ ਹੈ, ਤਾਂ ਮੋਰਟਗੇਜਰ ਦੀ ਓਬਲੀਗੇਸ਼ਨ ਬਣਦੀ ਹੈ ਦੈਟ ਹੀ ਸ਼ੁੱਡ ਮੇਕ ਦੀ ਰੀਟ੍ਰਾਂਸਫਰ ਆਫ ਦੀ ਪ੍ਰੋਪਰਟੀ ਟੂਵਰਡਸ ਦੀ ਮੋਰਟਗੇਜਰ। ਓਕੇ, ਹੁਣ ਅੱਗੇ ਹੈ ਜੀ ਚਾਰਜ। A charge may be defined as a kind of the security for securing the loans or debentures, ठीक है जी, by a mortgage on the assets of the company। so charge create ਕੀਤਾ ਜਾ ਸਕਦਾ ਹੈ with the help of the mortgage, ਠੀਕ ਹੈ। ਇਹਦਾ ਮਕਸਦ ਕੀ ਹੈ, ਇੱਕ ਸਿਕਿਉਰਿਟੀ ਕ੍ਰੀਏਟ ਕਰਨੀ ਕ੍ਰੈਡੀਟਰ ਨੂੰ ਕਿ ਕੱਲ੍ਹ ਨੂੰ ਤੇਰੇ ਪੈਸੇ ਮਤਲਬ ਕਿ ਤੈਨੂੰ ਮਿਲਣਗੇ ਹੀ ਮਿਲਣਗੇ, ਠੀਕ ਹੈ, ਅਤੇ ਯੂ ਵਿਲ ਬੀ ਐਂਟਾਈਟਲ ਟੂ ਕਲੇਮ ਯੂਅਰ ਅਮਾਊਂਟ। Okay, in case you will not be paid any kind of amount, you have a right to make the sale of the property that has been mortgaged to you and to recover your amount। Okay, as stated, the power of the company to borrow the money includes the power to give the security also। ਤਾਂ ਇਸ ਤਰ੍ਹਾਂ ਜਿਹੜੀ ਸਿਕਿਉਰਿਟੀ ਹੈਗੀ ਉਹ ਕੰਪਨੀ ਦੁਆਰਾ ਦਿੱਤੀ ਜਾ ਸਕਦੀ ਹੈ। ਡਿਬੈਂਚਰਸ ਐਂਡ ਅਦਰ ਬੋਰਿੰਗਸ ਆਫ ਦੀ ਕੰਪਨੀ ਆਰ ਸਿਕਿਉਰਡ ਬਾਈ ਦੀ ਚਾਰਜ ਔਨ ਇਟਸ ਐਸੈਟਸ, ਠੀਕ ਹੈ ਜੀ। ਜਿਹੜੇ ਡਿਬੈਂਚਰ ਜਿਹੜੇ ਦਿੱਤੇ ਜਾਂਦੇ ਹੈਗੇ ਆ, ਠੀਕ ਹੈ, ਕਿਸੇ ਪਰਸਨ ਨੂੰ, ਯਾਨੀ ਕਿ ਲੋਨ ਲਿਆ ਜਾਂਦਾ ਹੈ ਕੰਪਨੀ ਦੇ ਦੁਆਰਾ, ਉਹਦੇ ਲਈ ਸਿਕਿਉਰਿਟੀ ਵੀ ਪ੍ਰਦਾਨ ਕੀਤੀ ਜਾਂਦੀ ਹੈਗੀ ਹੈ। ਅ ਚਾਰਜ ਇਜ਼ ਕ੍ਰੀਏਟਡ ਵੈਨ ਦੀ ਪ੍ਰੋਪਰਟੀ ਵੈਦਰ ਐਗਜ਼ਿਸਟਿੰਗ ਔਰ ਫਿਊਚਰ in is agreed to be made the available security for the repayment of the debt। okay, however the creditor gets no legal right over the property so charged, but only gets a right to have security made available by an order of court in the event of the non payment of the debt। ਇਸ ਤਰ੍ਹਾਂ ਕਰਕੇ ਜਿਹੜੀ ਪ੍ਰੋਪਰਟੀ ਚਾਰਜ ਕੀਤੀ ਜਾਂਦੀ ਹੈ, ਮੋਰਟਗੇਜ ਕੀਤੀ ਜਾਂਦੀ ਆ, ਤਾਂ ਮੋਰਟਗੇਜੀ ਕੋਲੇ ਕੋਈ ਅਧਿਕਾਰ ਨਹੀਂ ਹੁੰਦਾ, ਠੀਕ ਹੈ ਜੀ, ਕੋਈ ਅਧਿਕਾਰ ਨਹੀਂ ਹੁੰਦਾ ਇਸ ਗੱਲ ਦੇ ਬਾਰੇ ਕਿ ਪ੍ਰਾਪਰਟੀ ਨੂੰ ਵੇਚੇ। ਉਹ ਵੇਚ ਸਕਦਾ ਹੈ ਪਰ ਵਿਦ ਦੀ ਇੰਟਰਪੋਜੀਸ਼ਨ, ਜਿਵੇਂ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ, ਜਾਂ ਇੰਟਰਵੈਂਸ਼ਨ ਆਫ ਦੀ ਕੋਰਟ ਦੇ ਰਾਹੀਂ ਇਹ ਕੰਮ ਕੀਤਾ ਜਾ ਸਕਦਾ ਹੈ, ਠੀਕ ਹੈ। ਅੱਗੇ ਹੈ ਜੀ ਕਾਈਂਡਸ ਆਫ ਚਾਰਜ। ਕਾਈਂਡਸ ਕਿਸਮਾਂ ਕਿਹੜੀਆਂ ਨੇ? ਦੋ ਹੀ ਕਿਸਮਾਂ ਨੇ ਇਹਦੇ ਵਿੱਚ। ਪਹਿਲੀ ਹੈ ਸਪੈਸੀਫਿਕ ਜਾਂ ਫਿਕਸਡ ਚਾਰਜ, ਅਤੇ ਦੂਜਾ ਹੈ ਫਲੋਟਿੰਗ ਔਰ ਫਲੋਟਿੰਗ ਚਾਰਜ। ਬਸ ਫਲੋਟਿੰਗ ਹੀ ਹੈ, ਠੀਕ ਹੈ। ਯਾਨੀ ਕਿ ਇੱਥੇ ਆਪਾਂ ਗੱਲ ਕਰ ਸਕਦੇ ਹਾਂ ਕਿ ਫਿਕਸਡ ਅਤੇ ਸਪੈਸੀਫਿਕ ਚਾਰਜ ਕਿਹੜਾ ਹੈ। ਫਿਕਸ ਔਰ ਸਪੈਸੀਫਿਕ ਚਾਰਜ ਇਜ਼ ਅ ਕਾਈਂਡ ਆਫ ਚਾਰਜ in which the security is given in respect of the particular property of the company। ਕੰਪਨੀ ਦੇ ਕੋਲ ਦੇਖੋ ਬਹੁਤ ਸਾਰੀਆਂ ਜਿਹੜੀਆਂ ਪ੍ਰੋਪਰਟੀਆਂ ਹੋ ਸਕਦੀਆਂ ਨੇ, ਠੀਕ ਹੈ। ਉਹਨਾਂ ਦੇ ਵਿੱਚੋਂ ਕਿਸੇ ਖਾਸ ਕਿਸਮ ਦੀ ਜਿਹੜੀ ਪ੍ਰੋਪਰਟੀ ਹੈਗੀ ਆ ਉਹਦੇ 'ਤੇ ਚਾਰਜ ਕ੍ਰੀਏਟ ਕੀਤਾ ਜਾ ਸਕਦਾ ਹੈ। ਜਦੋਂ ਇਸ ਤਰ੍ਹਾਂ ਕਰਕੇ ਚਾਰਜ ਕ੍ਰੀਏਟ ਹੋ ਗਿਆ ਤਾਂ ਕੰਪਨੀ ਜਿਹੜੀ ਹੋਊਗੀ ਉਸ ਪ੍ਰੋਪਰਟੀ ਦੇ ਨਾਲ ਕੋਈ ਵੀ ਵਾਸਤਾ ਨਹੀਂ ਰੱਖੂਗੀ, ਠੀਕ ਹੈ ਜੀ। ਯਾਨੀ ਕਹਿਣ ਤੋਂ ਭਾਵ ਕੰਪਨੀ ਉਸ ਪ੍ਰੋਪਰਟੀ ਨੂੰ ਕਿਤੇ ਵੀ ਸੇਲ ਨਹੀਂ ਕਰ ਸਕਦੀ, ਨਾ ਉਹਨੂੰ ਟਰਾਂਸਫਰ ਕਰ ਸਕਦੀ ਕਿਸੇ ਵੀ ਰੂਪ ਦੇ ਵਿੱਚ। ਯਾਨੀ ਕਿ ਮੰਨ ਲਓ ਜੇ ਕੰਪਨੀ ਦੇ ਕੋਲ ਕੋਈ ਵੀ ਮੂਵੇਬਲ ਜਾਂ ਇਮੂਵੇਬਲ ਪ੍ਰੋਪਰਟੀ ਹੈ, ਜੇ ਉਹ 'ਤੇ ਚਾਰਜ ਕ੍ਰੀਏਟ ਕੀਤਾ ਹੋਇਆ ਹੈ, ਠੀਕ ਹੈ, ਫॉर ਦੀ ਸਿਕਿਉਰਿੰਗ ਆਫ ਦੀ ਪੇਮੈਂਟ ਆਫ ਦੀ ਅਮਾਊਂਟ ਆਫ ਲੋਨ, ਦੈਨ such company will not be entitled to deal with that very particular kind of the property in any manner। ਕਿਸੇ ਵੀ ਢੰਗ ਦੇ ਨਾਲ ਉਹ ਪ੍ਰੋਪਰਟੀ ਜਿਹੜੀ ਹੈਗੀ ਆ ਉਹਦੀ ਖਰੀਦੋ ਫਰੋਖਤ ਜਾਂ ਕੁਛ ਹੋਰ ਨਹੀਂ ਕੀਤਾ ਜਾ ਸਕਦਾ, ਠੀਕ ਹੈ ਜੀ। ਫਿਕਸਡ ਚਾਰਜ ਔਰ ਸਪੈਸੀਫਿਕ ਚਾਰਜ ਇਜ਼ ਵੈਨ ਇਟ ਇਜ਼ ਮੇਡ ਸਪੈਸੀਫਿਕਲੀ ਟੂ ਦੀ cover the assets which are ascertainable। okay,
and definite at the time of creating the charge. Suppose buildings may be there, land may be there, or any kind of the machinery may be there. Okay, a fixed charge is therefore created against a particular or ascertainable specific item of property. Okay, the company's right to dispose of the property is temporarily suspended during the creation of the charge. Okay, ਸੋ ਇਸ ਤਰ੍ਹਾਂ ਕਰਕੇ ਜਿੰਨਾ ਚਿਰ ਚਾਰਜ ਕੰਟੀਨਿਊ ਰਹਿੰਦਾ ਹੈ, ਜਿਹੜੀ ਕੰਪਨੀ ਦਾ ਅਧਿਕਾਰ ਹੈ ਉਸ ਪ੍ਰੋਪਰਟੀ ਨੂੰ ਵੇਚਣ ਦਾ ਜਾਂ ਕਿਸੇ ਹੋਰ ਢੰਗ ਦੇ ਨਾਲ ਉਹਦੀ ਸੇਲ ਪਰਚੇਜ਼ ਜਾਂ ਸਿਕਿਉਰਿਟੀ ਬਣਾਉਣ ਦਾ, ਉਹ ਖਤਮ ਹੋਇਆ ਸਮਝਿਆ ਜਾਂਦਾ ਹੈ। ਪਰ ਇਨ ਦੀ ਕੇਸ ਆਫ ਦੀ ਵਾਈਂਡਿੰਗ ਅਪ ਦੀ ਡਿਬੈਂਚਰ ਹੋਲਡਰ ਔਰ ਅ ਕ੍ਰੈਡੀਟਰ secured by the fixed or the specific charge shall be placed in the highest class of the creditor। ਜੇਕਰ ਕੰਪਨੀ ਖਤਮ ਹੋਣ ਜਾ ਰਹੀ ਹੈ ਤਾਂ ਉਸ ਸਮੇਂ 'ਤੇ ਠੀਕ ਹੈ ਇਹ ਜਿਹੜੀ ਪ੍ਰੋਪਰਟੀ ਹੈਗੀ ਆ ਉਹਨੂੰ ਵੇਚ ਕੇ ਉਸ ਪਰਸਨ ਦਾ ਜਿਹੜਾ ਕਰਜ਼ ਹੈਗਾ ਪਹਿਲਾਂ ਅਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਹਦਾ ਕਰਜ਼? ਡਿਬੈਂਚਰ ਹੋਲਡਰ ਦਾ, ਯਾਨੀ ਕਿ ਭਾਵ ਕ੍ਰੈਡੀਟਰ ਦਾ। ਠੀਕ ਹੈ ਜੀ। ਅੱਗੇ ਹੈ ਫਲੋਟਿੰਗ ਚਾਰਜ। ਫਲੋਟਿੰਗ ਚਾਰਜ ਉਹ ਹੁੰਦਾ ਹੈ ਜਿਹੜਾ ਕਿਸੇ ਵੀ ਪਰਟੀਕੂਲਰ ਪ੍ਰੋਪਰਟੀ ਦੇ ਉੱਪਰ ਨਹੀਂ ਹੁੰਦਾ। ਠੀਕ ਹੈ ਜੀ। ਸਾਰੀ ਦੀ ਸਾਰੀ ਜਿਹੜੀ ਪ੍ਰੋਪਰਟੀ ਜਾਂ ਤਾਂ ਹੁਣ ਕੰਪਨੀ ਦੇ ਕੋਲ ਹੈਗੀ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਊਗੀ, ਉਸ 'ਤੇ ਚਾਰਜ ਕ੍ਰੀਏਟ ਕਰਨ ਦਾ ਭਾਵ ਇਹ ਹੋਊਗਾ ਕਿ ਕੰਪਨੀ ਦੀ ਕੋਈ ਵੀ ਪ੍ਰੋਪਰਟੀ ਜਿਹੜੀ ਹੈ ਉਹਨੂੰ ਵੇਚ ਕੇ ਠੀਕ ਹੈ ਕ੍ਰੈਡੀਟਰ ਨੂੰ ਭਾਵ ਡਿਬੈਂਚਰ ਹੋਲਡਰ ਨੂੰ ਆਪਦੇ ਪੈਸੇ ਵਸੂਲਣ ਦਾ ਅਧਿਕਾਰ ਹੋਊਗਾ। ਜ਼ਰੂਰੀ ਨਹੀਂ ਵੀ ਪਰਟੀਕੂਲਰ ਪ੍ਰੋਪਰਟੀ ਹੀ ਉਹ ਵੇਚਣ ਦਾ ਅਧਿਕਾਰ ਰੱਖਦਾ ਹੈ, ਕੋਈ ਵੀ ਪ੍ਰੋਪਰਟੀ ਜਿਹੜੀ ਕੰਪਨੀ ਦੀ ਹੋਵੇ ਹੀ ਵਿਲ ਬੀ ਐਂਟਾਈਟਲ ਟੂ ਮੇਕ ਦੀ ਸੇਲ ਆਫ ਦੈਟ ਪ੍ਰੋਪਰਟੀ ਐਂਡ will be entitled to recover the amount of the loan together with that of the interest. Okay, floating charge on the other hand is not attached to any definite property, ठीक है, but covers the property which is not which is of the fluctuating nature and as such includes the stock in trade. It is a kind of the equitable charge on the assets of the company for the time being on the going concern. ठीक है जी। ਜਿਹੜੀ ਵੀ ਕੋਈ ਪ੍ਰੋਪਰਟੀ ਹੈਗੀ ਉਹਦੇ ਸੰਬੰਧੀ ਇਹਦਾ ਅਧਿਕਾਰ ਕ੍ਰੀਏਟ ਕੀਤਾ ਜਾ ਸਕਦਾ ਹੈ। ਠੀਕ ਹੈ। ਸੋ ਕੋਈ ਵੀ ਪ੍ਰੋਪਰਟੀ ਹੋਵੇ ਉਹਦੇ 'ਤੇ ਚਾਰਜ ਕ੍ਰੀਏਟ ਹੋਇਆ ਸਮਝਿਆ ਜਾਂਦਾ ਹੈ ਇਨ ਕੇਸ ਦੀ ਚਾਰਜ ਇਜ਼ ਇਨ ਦੀ ਨੇਚਰ ਆਫ ਦੀ ਫਲੋਟਿੰਗ ਵਨ। ਓਕੇ, ਅੱਗੇ ਹੈਗੀ ਆ ਕ੍ਰਿਸਟਲਾਈਜੇਸ਼ਨ। ਕ੍ਰਿਸਟਲਾਈਜੇਸ਼ਨ ਦਾ ਆਫ ਦੀ ਫਲੋਟਿੰਗ ਚਾਰਜ ਦਾ ਭਾਵ ਇਹ ਹੈ ਕਿ ਜਿਹੜਾ ਫਲੋਟਿੰਗ ਚਾਰਜ ਹੈ ਉਹਨੂੰ ਸਪੈਸੀਫਿਕ ਚਾਰਜ ਦੇ ਵਿੱਚ ਤਬਦੀਲ ਕਿਵੇਂ ਕਰਨਾ ਹੈ, ਉਹਨੂੰ ਬਦਲਣਾ ਕਿਵੇਂ ਹੈ। ਠੀਕ ਹੈ। ਫਲੋਟਿੰਗ ਚਾਰਜ ਜਨਰਲੀ ਰਿਮੇਨਸ ਦੀ ਡੋਰਮੈਂਟ until it crystallizes or becomes the fixed charge। ਜਿੰਨਾ ਚਿਰ ਇਹ ਫਿਕਸ ਨਾ ਹੋ ਜੇ ਉਨਾ ਚਿਰ ਇਹ ਫਲੋਟਿੰਗ ਚਾਰਜ ਜਿਹੜਾ ਹੈਗਾ ਫਲੋਟਿੰਗ ਚਾਰਜ ਕਿਉਂਕਿ ਬਣਿਆ ਰਹਿੰਦਾ ਹੈ, ਇਹਦਾ ਭਾਵ ਇਹ ਹੋਊਗਾ ਵੀ ਸ਼ਾਂਤ ਰਹਿੰਦਾ ਹੈ, ਡੋਰਮੈਂਟ ਰਹਿੰਦਾ ਹੈ, ਕਿਸੇ ਵੀ ਪ੍ਰੋਪਰਟੀ ਨੂੰ ਉਹ ਕਲੇਮ ਕਰ ਸਕਦਾ ਹੈ। ਠੀਕ ਹੈ। ਕਿਸੇ ਵੀ ਪਰਟੀਕੂਲਰ ਪ੍ਰੋਪਰਟੀ 'ਤੇ ਅਧਿਕਾਰ ਨਹੀਂ ਹੁੰਦਾ, ਕਿਸੇ ਵੀ ਜਨਰਲ ਪ੍ਰੋਪਰਟੀ 'ਤੇ ਉਹਦਾ ਅਧਿਕਾਰ ਹੁੰਦਾ ਹੈ। ਠੀਕ ਹੈ, ਚਾਰਜ ਦਾ। ਠੀਕ ਹੈ। ਫਲੋਟਿੰਗ ਚਾਰਜ crystallizes into the fixed security under the following circumstances। ਕੁਛ ਹਾਲਾਤ ਨੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਇਹ ਜਿਹੜਾ ਫਲੋਟਿੰਗ ਚਾਰਜ ਹੈਗਾ ਉਹ ਸਪੈਸੀਫਿਕ ਹੋ ਸਕਦਾ, ਭਾਵ ਕਿ ਉਹ ਫਿਕਸਡ ਹੋ ਸਕਦਾ ਹੈ। ਪਹਿਲੀ ਗੱਲ, ਵੈਨ ਕੰਪਨੀ ਗੋਜ਼ ਇਨਟੂ ਲਿਕੁਇਡੇਸ਼ਨ, ਜਦੋਂ ਕੰਪਨੀ ਲਿਕੁਇਡੇਸ਼ਨ ਦੇ ਵਿੱਚ ਹੋਣ ਜਾ ਰਹੀ ਹੈ, ਭਾਵ ਬੰਦ ਹੋਣ ਜਾ ਰਹੀ ਹੈ। ਠੀਕ ਹੈ। ਜਾਂ ਫਿਰ ਇਹ ਕੰਪਨੀ ਜਿਹੜੀ ਹੈਗੀ ਆਪਦੇ ਬਿਜ਼ਨਸ ਨੂੰ ਸਮਾਪਤ ਕਰਨ ਜਾ ਰਹੀ ਹੈਗੀ ਹੈ। ਜਾਂ ਫਿਰ ਦ ਡਿਬੈਂਚਰ ਹੋਲਡਰ when the debenture holder or the creditors take the steps to enforce this security appointing the receiver to take the possession of the charged property। ਠੀਕ ਹੈ। ਜਿਹੜੇ ਡਿਬੈਂਚਰ ਹੋਲਡਰ ਹੈਗੇ ਜਾਂ ਕ੍ਰੈਡੀਟਰ ਹੈਗੇ ਆ ਇਹ ਕੰਮ ਕਰਨ ਜਾ ਰਹੇ ਨੇ ਕਿ ਉਹ ਆਪਦੀ ਅਮਾਊਂਟ ਨੂੰ ਰਿਕਵਰ ਕਰਨ ਜਾ ਰਹੇ ਨੇ ਅਤੇ ਪ੍ਰੋਪਰਟੀ ਹੈ ਜਿਹੜੀ ਕੰਪਨੀ ਦੀ ਉਹਦੀ ਪੋਜੈਸ਼ਨ ਹੈ ਉਹਦਾ ਕਬਜ਼ਾ ਲੈਣ ਜਾ ਰਹੇ ਨੇ ਉਦੋਂ। ਠੀਕ ਹੈ। ਜਾਂ ਕੋਈ ਹੋਰ ਸਪੈਸੀਫਿਕ ਈਵੈਂਟ ਹੋਵੇ, ਠੀਕ ਹੈ, ਜਿਹਨੂੰ ਕਿ ਸਪੈਸੀਫਾਈ ਕੀਤਾ ਹੋਇਆ ਹੈ ਡੀਡ ਦੇ ਵਿੱਚ, ਦੈਟ ਇਜ਼ ਦੀ ਡਿਬੈਂਚਰ ਡੀਡ ਦੇ ਵਿੱਚ ਜੇਕਰ ਇਹੋ ਜਿਹੀ ਹਾਲਾਤ ਇਹੋ ਜਿਹੇ ਇੰਟਰਸਟ ਨੂੰ ਸਰਕਮਸਟਾਂਸਿਸ ਨੂੰ ਮੈਂਸ਼ਨ ਕੀਤਾ ਹੈ ਤਾਂ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ। ਵੇਅਰ ਅ ਕੰਪਨੀ ਹੈਜ਼ ਟਰਾਂਸਫਰਡ ਆਲ ਇਟਸ ਐਸੈਟਸ, ਠੀਕ ਹੈ, ਬਿਜ਼ਨਸ ਐਂਡ ਦੀ ਐਸੈਟਸ ਟੂ ਦੀ ਕ੍ਰੈਡੀਟਰ, then in that case there is nothing left to be called floating charge and such it will be taken as the immediately crystallized into the fixed charge। ਤਾਂ ਇਸ ਤਰ੍ਹਾਂ ਕਰਕੇ ਫਿਕਸ ਚਾਰਜ ਦੇ ਵਿੱਚ ਇਹਨੂੰ ਤਬਦੀਲ ਕੀਤਾ ਜਾ ਸਕਦਾ ਹੈ। ਸੋ ਦਿਸ ਇਜ਼ ਦੀ ਐਂਡ ਆਫ ਦੀ ਟੋਪਿਕ ਆਫ ਡਿਬੈਂਚਰਸ। ਇੱਕ ਇਹਦੇ ਵਿੱਚ ਜਿਹੜੀ ਇਹਦਾ ਟੋਪਿਕ ਹੈਗਾ ਉਹ ਮੇਰੇ ਹਿਸਾਬ ਨਾਲ ਤੁਹਾਨੂੰ ਕਰਾਉਣ ਵਾਲਾ ਰਹਿ ਗਿਆ ਹੈਗਾ, ਉਹ ਹੈਗਾ ਡਿਬੈਂਚਰ ਹੋਲਡਰ ਦਾ
ਤੇ ਸ਼ੇਅਰ ਹੋਲਡਰ ਦਾ ਜਿਹੜਾ ਡਿਫਰੈਂਸ ਹੈ ਆਪਸ ਦੇ ਵਿੱਚ ਕੀ ਆ ਉਹ ਵੀ ਆਪਾਂ ਡਿਸਕਸ ਕਰ ਲੈਂਦੇ ਹਾਂ। ਸੋ ਉਮੀਦ ਆ ਮੈਨੂੰ ਵੀ ਇਹ ਜਿਹੜਾ ਅੱਜ ਦਾ ਤੁਹਾਨੂੰ ਟੌਪਿਕ ਹੈਗਾ ਪਸੰਦ ਆਇਆ ਹੋਣਾ ਅਤੇ ਮੈਂ ਇਸ ਕਾਬਲ ਹੋਇਆ ਹੋ ਸਕਦਾ ਵੀ ਮੈਂ ਸਮਝਾਵਾਂ ਤੁਹਾਨੂੰ ਸਮਝ ਆ ਗਈ ਹੋਣੀ ਆ ਟੌਪਿਕ ਦੀ। ਸੋ ਥੈਂਕ ਯੂ ਸੋ ਮਚ ਫੋਰ ਵਾਚਿੰਗ। ਠੀਕ ਹੈ।